ਹੈਲੋ ਫਰੈਂਡਸ, ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ 'ਤੇ ਜਿਸ ਦਾ ਨਾਮ ਹੈ ਨੂਰ ਅਕੈਡਮੀ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਤੁਹਾਡੇ ਨਾਲ ਪੋਲੀਟੀਕਲ ਸਾਇੰਸ ਦੇ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਉੱਤਰ ਡਿਸਕਸ ਕਰਾਂਗੇ, ਜਿਸ ਵਿੱਚ ਅਸੀਂ ਭਾਰਤ ਦੇ ਸੰਵਿਧਾਨ ਬਾਰੇ ਦੱਸਾਂਗੇ ਕਿ ਭਾਰਤ ਦਾ ਸੰਵਿਧਾਨ ਕਿਹੜੀਆਂ ਚੀਜ਼ਾਂ ਤੋਂ ਬਣਿਆ ਹੈ, ਇਸ ਵਿੱਚ ਕਿੰਨੇ ਅਨੁਛੇਦ ਅਤੇ ਕਿੰਨੀਆਂ ਅਨੁਸੂਚੀਆਂ ਹਨ, ਭਾਰਤ ਦੇ ਸੰਵਿਧਾਨ ਵਿੱਚ ਕਦੋਂ ਸੋਧਾਂ ਹੋਈਆਂ ਅਤੇ ਭਾਰਤ ਦਾ ਸੰਵਿਧਾਨ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਕਾਪੀ ਕੀਤਾ ਗਿਆ ਹੈ। ਭਾਰਤ ਦੇ ਸੰਵਿਧਾਨ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਹਨ। ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਅਤੇ ਮੌਲਿਕ ਅਧਿਕਾਰ ਦਿੱਤੇ ਗਏ ਹਨ। ਉਹਨਾਂ ਸਾਰੇ ਅਧਿਕਾਰ ਅਤੇ ਕਰਤੱਵਾਂ ਬਾਰੇ ਵੀ ਅਸੀਂ ਮਹੱਤਵਪੂਰਨ ਇੰਪੋਰਟੈਂਟ ਪ੍ਰਸ਼ਨ ਕਰਾਂਗੇ। ਸੋ ਸਟਾਰਟ ਕਰਦੇ ਹਾਂ ਅੱਜ ਦੇ ਫਸਟ ਕੁਐਸਚਨ ਦੇ ਨਾਲ। ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕੌਣ ਸੀ? ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕੌਣ ਸੀ ਜੀ? BN ਰਾਓ। ਸੰਵਿਧਾਨ ਸਭਾ ਦਾ ਸਕੱਤਰ ਕਿਸ ਨੂੰ ਨਿਯੁਕਤ ਕੀਤਾ ਗਿਆ? ਸੰਵਿਧਾਨ ਸਭਾ ਦਾ ਸਕੱਤਰ HVR ਆਇੰਗਰ ਨੂੰ ਨਿਯੁਕਤ ਕੀਤਾ ਗਿਆ। ਸੰਵਿਧਾਨ ਸਭਾ ਦਾ ਮੁੱਖ ਡਰਾਫਟਮੈਨ ਕਿਸ ਨੂੰ ਬਣਾਇਆ ਗਿਆ ਸੀ? ਸੰਵਿਧਾਨ ਸਭਾ ਦਾ ਮੁੱਖ ਜੋ ਡਰਾਫਟਮੈਨ ਸੀ ਉਹ NL ਮੁਖਰਜੀ ਨੂੰ ਬਣਾਇਆ ਗਿਆ ਸੀ। ਭਾਰਤ ਦਾ ਜੋ ਸੰਵਿਧਾਨ ਹੈ ਕਿਸ ਦੁਆਰਾ ਲਿਖਿਆ ਗਿਆ? ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਜੋ ਭਾਰਤ ਦਾ ਸੰਵਿਧਾਨ ਹੈ ਉਹ ਪ੍ਰੇਮ ਬਿਹਾਰੀ ਰਾਏਜ਼ਾਦਾ ਦੁਆਰਾ ਲਿਖਿਆ ਗਿਆ ਸੀ। ਕਿਹੜੀ ਸੰਵਿਧਾਨਿਕ ਸੋਧ ਨੂੰ ਮਿੰਨੀ ਸੰਵਿਧਾਨਿਕ ਸੋਧ ਕਿਹਾ ਜਾਂਦਾ ਹੈ? ਕਿਹੜੀ ਸੰਵਿਧਾਨਿਕ ਸੋਧ ਨੂੰ ਮਿੰਨੀ ਸੰਵਿਧਾਨ ਸੋਧ ਕਿਹਾ ਜਾਂਦਾ ਹੈ ਜੀ? 42ਵੀਂ ਸੰਵਿਧਾਨਿਕ ਸੋਧ ਨੂੰ ਅਸੀਂ ਮਿੰਨੀ ਸੰਵਿਧਾਨਿਕ ਸੋਧ ਕਹਿੰਦੇ ਹਾਂ। ਕਿਹੜੇ ਦੇਸ਼ ਦਾ ਸੰਵਿਧਾਨ ਸਭ ਤੋਂ ਲੰਬਾ ਅਤੇ ਲਿਖਤੀ ਸੰਵਿਧਾਨ ਹੈ? ਜੋ ਭਾਰਤ ਦਾ ਸੰਵਿਧਾਨ ਹੈ ਉਹ ਸਭ ਤੋਂ ਲੰਮਾ ਹੈ, ਵਿਸਤ੍ਰਿਤ ਹੈ ਅਤੇ ਲਿਖਤੀ ਰੂਪ ਵਿੱਚ ਹੈ। ਭਾਰਤ ਦਾ ਜੋ ਸੰਵਿਧਾਨ ਹੈ ਉਹ ਅਸੀਂ ਤਿੰਨ ਚੀਜ਼ਾਂ ਤੋਂ ਮਿਲ ਕੇ ਬਣਿਆ ਹੈ, ਜਿਸ ਨੂੰ ਅਸੀਂ ਧਾਰਾ ਕਹਿੰਦੇ ਹਾਂ, ਅਨੁਛੇਦ ਕਹਿੰਦੇ ਹਾਂ, ਹਿੱਸੇ ਕਹਿੰਦੇ ਹਾਂ ਅਤੇ ਅਨੁਸੂਚੀਆਂ ਬੋਲਦੇ ਹਾਂ। ਭਾਰਤ ਦਾ ਸੰਵਿਧਾਨ ਤਿੰਨ ਚੀਜ਼ਾਂ ਤੋਂ ਮਿਲ ਕੇ ਬਣਿਆ ਜੀ। ਕਿਹੜੀਆਂ ਚੀਜ਼ਾਂ ਨੇ ਉਹ? ਅਨੁਛੇਦ ਨੇ, ਹਿੱਸੇ ਨੇ ਤੇ ਅਨੁਸੂਚੀਆਂ ਨੇ। ਕਹਿੰਦੇ ਮੁੱਢਲੇ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਧਾਰਾਵਾਂ, ਕਿੰਨੇ ਭਾਗ ਅਤੇ ਅਨੁਸੂਚੀਆਂ ਹਨ? ਮੁੱਢਲੇ ਸੰਵਿਧਾਨ ਦੇ ਵਿੱਚ 365 ਧਾਰਾਵਾਂ, 22 ਭਾਗ ਅਤੇ 8 ਅਨੁਸੂਚੀਆਂ ਹਨ। ਪਰ ਟਾਈਮ ਤੇ ਕੀ ਹੋਈਆਂ ਜੀ? ਇਹ ਧਾਰਾਵਾਂ ਬਦਲ ਗਈਆਂ ਹਨ। ਹੁਣ ਅਗਰ ਆਪਾਂ ਪ੍ਰੈਜ਼ੈਂਟ ਦੀ ਗੱਲ ਕਰੀਏ 470 ਅਪਰੋਕਸੀਮੇਟ ਹੈਗੀਆਂ ਉਹ ਧਾਰਾਵਾਂ ਹਨ। ਨੈਕਸਟ, ਵਰਤਮਾਨ ਸੰਵਿਧਾਨ ਵਿੱਚ ਕਿੰਨੀਆਂ ਧਾਰਾਵਾਂ, ਕਿੰਨੇ ਭਾਗ ਅਤੇ ਕਿੰਨੀਆਂ ਅਨੁਸੂਚੀਆਂ ਹਨ? ਵਰਤਮਾਨ ਸਮੇਂ ਦੇ ਵਿੱਚ ਕਿੰਨੇ ਭਾਗ, ਕਿੰਨੀਆਂ ਧਾਰਾਵਾਂ ਨੇ ਜੀ? 470 ਧਾਰਾਵਾਂ ਹਨ। 25 ਭਾਗ ਨੇ ਜੀ, 12 ਅਨੁਸੂਚੀਆਂ ਨੇ। ਬਹੁਤ ਇੰਪੋਰਟੈਂਟ ਹੈ ਜੀ। ਪਹਿਲਾਂ ਸੰਵਿਧਾਨ ਦੇ ਵਿੱਚ ਕਿੰਨੀਆਂ ਧਾਰਾਵਾਂ ਸੀ, ਕਿੰਨੇ ਭਾਗ ਸੀ, ਕਿੰਨੀਆਂ ਅਨੁਸੂਚੀਆਂ ਸੀ। ਪਰ ਹੁਣ ਜੋ ਪ੍ਰੈਜ਼ੈਂਟ ਦੀ ਗੱਲ ਕਰਦੇ ਹਾਂ ਤਾਂ ਇਹ ਇੰਪੋਰਟੈਂਟ ਹੈ ਜੀ। 470 ਧਾਰਾਵਾਂ ਨੇ, 25 ਭਾਗ ਨੇ ਜਿਹਨੂੰ ਆਪਾਂ ਪਾਰਟ ਬੋਲਦੇ ਹਾਂ ਅਤੇ 12 ਅਨੁਸੂਚੀਆਂ ਹਨ, ਜਿਸ ਨੂੰ ਅਸੀਂ ਕੀ ਬੋਲਦੇ ਹਾਂ ਜੀ? ਅਨੁਸੂਚੀਆਂ ਹੀ ਬੋਲਦੇ ਹਾਂ। ਸੰਵਿਧਾਨ ਦੇ ਰੱਖਿਅਕ ਦੀ ਭੂਮਿਕਾ ਕੌਣ ਨਿਭਾਉਂਦਾ ਹੈ? ਸੰਵਿਧਾਨ ਦੀ ਜੋ ਰੱਖਿਅਕ ਦੀ ਭੂਮਿਕਾ ਹੈ ਉਹ ਨਿਆਂਪਾਲਿਕਾ ਨਿਭਾਉਂਦੀ ਹੈ ਜੀ। ਬਿਲਕੁਲ। ਅਗਰ ਭਾਰਤ ਦੇ ਸੰਵਿਧਾਨ ਦੇ ਵਿੱਚ ਕਿਸੇ ਵੀ ਮੌਲਿਕ ਕਰਤੱਵ ਦੀ ਜਾਂ ਮੌਲਿਕ ਅਧਿਕਾਰ ਦੀ ਉਲੰਘਣਾ ਕੀਤੀ ਜਾਂਦੀ ਹੈ ਜਾਂ ਉਹ ਆਪਣੇ ਮਨੁੱਖ ਦੇ ਸ਼ੋਸ਼ਣ ਕਰਦਾ ਹੈ ਤਾਂ ਉਹ ਅਸੀਂ ਨਿਆਂਪਾਲਿਕਾ ਦੇ ਵਿੱਚ ਆਪਣਾ ਕਾਨੂੰਨ ਦੇ ਰਾਹੀਂ ਉਸ ਨੂੰ ਰੱਦ ਕਰ ਸਕਦੇ ਹਾਂ। ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਹਨ? ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਜੋ ਮੌਲਿਕ ਅਧਿਕਾਰ ਨੇ ਉਹ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨੇ ਜੀ? ਤੀਜੇ ਭਾਗ ਵਿੱਚ ਦਰਜ ਹਨ। ਮੁੱਢਲੇ ਸੰਵਿਧਾਨ ਅਨੁਸਾਰ ਵਿਅਕਤੀਆਂ ਨੂੰ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ? ਮੁੱਢਲੇ ਸੰਵਿਧਾਨ ਦੇ ਅਨੁਸਾਰ ਭਾਰਤ ਵਿੱਚ ਵਿਅਕਤੀਆਂ ਨੂੰ ਕਿੰਨੇ ਦਿੱਤੇ ਗਏ ਜੀ? 7 ਅਧਿਕਾਰ ਦਿੱਤੇ ਗਏ ਨੇ, ਮੌਲਿਕ ਅਧਿਕਾਰ। ਕਿਹੜੇ ਮੌਲਿਕ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ? ਕਿਹੜੇ ਸੰਵਿਧਾਨ ਨੂੰ, ਕਿਹੜੇ ਅਧਿਕਾਰ ਨੂੰ ਕੱਢ ਕੇ ਕਾਨੂੰਨੀ ਅਧਿਕਾਰ ਬਣਾਇਆ ਗਿਆ ਜੀ? ਸੰਪत्ति ਦੇ ਅਧਿਕਾਰ ਨੂੰ ਕੱਢ ਕੇ ਕਾਨੂੰਨੀ ਅਧਿਕਾਰ ਬਣਾਇਆ ਗਿਆ ਜੀ।
इंपॉर्टेंट है जी सारे ही प्रश्न। इस वीडियो विच आपां सारे ही पोलिटिकल साइंस के प्रश्न करांगे जो बहुत ही इंपॉर्टेंट ने ते बार-बार प्रश्न उत्तरां विच पूछे गए ने प्रश्न पेपरां दे विच। संपत्ति का अधिकार संविधान की किहड़ी धारा अनुसार मिलता है? जो संपत्ति का अधिकार है वो किहड़ी धारा के अनुसार मिलता है जी? 300A धारा। संविधान की किहड़ी धारा अनुसार मिले अधिकारां ते राष्ट्रीय आपातकाल दौरान भी रोक नहीं लगाई जा सकती? धारा 20 ਅਤੇ 21 के अनुसार है जो राष्ट्रीय आपातकाल के दौरान रोक नहीं लगाई जा सकती। नीति निर्देशक सिद्धांत संविधान के किहड़े भाग विच दर्ज हैं? जो नीति के निर्देश सिद्धांत ने वह भारत के चौथे भाग विच दर्ज हैं। हाँ जी, अगर वीडियो तुहानूं वधिया लग रही है तो तुसीं लाइक शेयर और कमेंट जरूर करके दसना जी। नैक्सट, किहड़े केस विच सर्वोच्च अदालत ने कहा सी कि भारतीय संविधान की नींह अधिकारां अते नीति निर्देशक सिद्धांतां दे संतुलन ते रखी गई है? किहड़े सर्वोच्च अदालत विच किहड़ी केस विच कहा सी जी? मिनरवा मिल केस दे विच कहा सी कि भारतीय संविधान की नींह अधिकारां अते नीति निर्देशक सिद्धांतां दे संतुलन ते रखी गई है। नैक्सट, मौलिक कर्तव्य संविधान के किहड़े भाग विच दर्ज हैं? मौलिक कर्तव्य ने जो किहड़े भाग विच दर्ज ने? भाग 4A। मौलिक कर्तव्यां नूं संविधान विच किस दी सिफारिश ते शामिल किया गया? क्योंकि भारतीय संविधान विच समय समय ते मौलिक अधिकार मौलिक कर्तव्य बनाए गए सी दर्ज किए गए ने तो किहदी सिफारिश ते इन्हां नूं भारत दे विच मौलिक कर्तव्यां नूं किस दी सिफारिश दे विच शामिल किया गया जी? स्वर्ण सिंह कमेटी के अनुसार भारत विच जो भारत के संविधान विच मौलिक कर्तव्यां नूं दर्ज किया गया है। समय समय ते भारत के संविधान विच सोधां भी होईयां ने तां इह सोध साडे देश विच संसद द्वारा की जाती है। यह भी इंपॉर्टेंट है जी, असीं अपने देश विच सोध कर सकते हैं क्योंकि कोई भी अगर साडे संविधान दे विच सानूं लगदा है कि यह चीज़ नहीं होनी चाहिए, यह यह साडे मौलिक अधिकारां की उलंघना करती है तो उन्हां नूं असीं की कर सकते हैं? अपैंडमेंट कर सकते हैं, सोध कर सकते हैं उस चीज़ की। मौलिक कर्तव्यां नूं किहड़ी संविधानिक सोध द्वारा भारतीय संविधान दे विच शामिल किया गया है? 42वीं संविधानिक सोध के द्वारा भारतीय संविधान दे विच शामिल किया गया है। किहड़ी संविधानिक धारा मौलिक कर्तव्यां नाल संबंधित है? किहड़ी धारा संबंधित है जी? 51A। मौलिक कर्तव्यां की गिनती कितनी है? बहुत इंपॉर्टेंट प्रश्न है। मौलिक अधिकार किन्ने ने, मौलिक कर्तव्य किन्ने, ये तुहानूं इस वीडियो विच दसांगे। तो मौलिक कर्तव्य किन्ने जी? अपने 11। मौलिक कर्तव्यां विच जोड़िया गया 11वां कर्तव्य किहड़ा है जिन्हों लाजमी सिक्ख्या दिवाउणा है? वो है 16 तो लैके 14 साल की उम्र के बच्चों नूं लाजमी सिक्ख्या दिवाउणा। यह साडे मौलिक कर्तव्यां विच 11वां कर्तव्य जुड़िया है। यह बहुत इंपॉर्टेंट प्रश्न है जी, वैरी इंपॉर्टेंट लिख लो जी इत्थे कि बहुत इंपॉर्टेंट प्रश्न है, पूछा जाता है क्योंकि ये सिक्ख्या नाल अपनी एजुकेशन नाल संबंधित है प्रश्न। सो यह बार बार प्रश्न विच पूछा जाता है। सिक्ख्या नाल संबंधित कर्तव्य किन्नवीं संविधानिक सोध द्वारा संविधान विच शामिल किया गया? किन्नवीं संविधानिक सोध द्वारा शामिल किया गया जी? 86वीं संविधानिक सोध के द्वारा संविधान विच शामिल किया गया। किसनूं? मौलिक कर्तव्य नूं, सिक्ख्या नाल संबंधित कर्तव्य नूं। 11वां मौलिक कर्तव्य संविधान विच कदों शामिल किया गया? कदों शामिल किया गया जी? 2002 दे विच मौलिक कर्तव्य 11वें नूं शामिल किया गया। धर्म निरपेक्ष शब्द नूं संविधान विच कदों जोड़िया गया? हाँ जी, पहले पार्ट विच आपां 24 प्रश्न किए ने, हुण नैक्सट पार्ट शुरू हो गया जी। धर्म निरपेक्ष शब्द नूं संविधान विच कदों जोड़िया गया? 1976 दे विच असीं धर्म निरपेक्ष शब्द नूं अपने संविधान दे विच जोड़ लिया सी।
ਕਾਨੂੰਨ ਦੇ ਸਾਹਮਣੇ ਸਮਾਨਤਾ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਦਰਜ ਹੈ? ਕਿਹੜੀ ਧਾਰਾ ਵਿੱਚ ਦਰਜ ਹੈ ਜੀ? 14ਵੀਂ ਧਾਰਾ ਦੇ ਵਿੱਚ ਦਰਜ ਹੈ। ਨੈਕਸਟ, ਸੰਵਿਧਾਨ ਦੀ ਕਿਹੜੀ ਧਾਰਾ ਦੇਸ਼ ਵਿੱਚ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਅਤੇ ਆਪਣੀ ਮਰਜ਼ੀ ਅਨੁਸਾਰ ਪਾਠ ਪੂਜਾ ਕਰਨ ਦਾ ਅਧਿਕਾਰ ਦਿੰਦੀ ਹੈ? ਕਿਹੜੀ ਧਾਰਾ ਦਿੰਦੀ ਹੈ ਜੀ? ਧਾਰਾ 26। ਕਿਹੜੀ ਸੰਵਿਧਾਨ ਦੀ ਧਾਰਾ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਵਿੱਚ ਧਾਰਮਿਕ ਸਿੱਖਿਆ ਦੇਣ ਤੇ ਪਾਬੰਦੀ ਲਾਉਂਦੀ ਹੈ? ਧਾਰਾ 28 ਹੈ ਜੋ ਉਹ ਸਾਡੀ ਧਾਰਾ ਹੈਗੀ ਸੰਵਿਧਾਨ ਦੀ ਕਿ ਸਾਨੂੰ ਧਾਰਮਿਕ ਸਿੱਖਿਆ ਦੇਣ ਤੇ ਪਾਬੰਦੀ ਲਗਾਉਂਦੀ ਹੈ। ਸੰਵਿਧਾਨ ਦੀ ਕਿਹੜੀ ਧਾਰਾ ਦੇ ਅਨੁਸਾਰ ਨਾਗਰਿਕਾਂ ਦੇ ਕਿਸੇ ਵੀ ਵਰਗ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ? ਧਾਰਾ 29 ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹਨ। ਹਾਂਜੀ, ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓਜ਼ ਨੂੰ ਦੇਖ ਸਕੋ। ਨੈਕਸਟ, ਕਿਹੜੀ ਸੰਵਿਧਾਨਿਕ ਧਾਰਾ ਘੱਟ ਗਿਣਤੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਸਿੱਖਿਆ ਸੰਸਥਾਵਾਂ ਸਥਾਪਿਤ ਅਤੇ ਸੰਚਾਲਿਤ ਕਰਨ ਦਾ ਅਧਿਕਾਰ ਦਿੰਦੀ ਹੈ? ਕਿਹੜੀ ਧਾਰਾ ਦਿੰਦੀ ਹੈ ਜੀ? ਧਾਰਾ 30। ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਕਾਫੀ ਸਾਰੀਆਂ ਧਾਰਾਵਾਂ ਨੇ ਜੋ ਬਹੁਤ ਹੀ ਇੰਪੋਰਟੈਂਟ ਨੇ। ਹਰ ਇੱਕ ਧਾਰਾ ਦੇ ਵਿੱਚ ਕੋਈ ਨਾ ਕੋਈ ਸੋਧ ਕੀਤੀ ਗਈ ਹੈ। ਭਾਰਤ ਵਿੱਚ ਕਿਸ ਪ੍ਰਕਾਰ ਦੇ ਮਤ ਅਧਿਕਾਰ ਨੂੰ ਅਪਣਾਇਆ ਗਿਆ ਹੈ? ਕਿਹੜੇ ਅਧਿਕਾਰ ਨੂੰ ਮਤ ਅਧਿਕਾਰ ਬਣਾਇਆ ਗਿਆ ਜੀ? ਸਰਬ ਵਿਆਪਕ ਬਾਲਕ ਮਤ ਅਧਿਕਾਰ। ਬਾਲਕ ਮਤ ਅਧਿਕਾਰ ਕੀ ਹੈ ਜੀ? ਅਸੀਂ 18 ਸਾਲ ਦੀ ਉਮਰ ਤੋਂ ਅਸੀਂ ਜਦੋਂ ਉੱਪਰ ਹੋ ਜਾਂਦੇ ਹਾਂ ਤਾਂ ਸਾਡੀ ਵੋਟ ਬਣ ਜਾਂਦੀ ਹੈ ਤਾਂ ਅਸੀਂ ਆਪਣੇ ਅਕੋਰਡਿੰਗ ਕਿਸੇ ਵੀ ਆਪਣੇ ਬਿਨਾਂ ਨਿਰਪੱਖ ਤੌਰ ਤੇ ਅਸੀਂ ਲੋਕਤੰਤਰੀ ਸਰਕਾਰ ਬਣਾ ਸਕਦੇ ਹਾਂ। ਮਤਲਬ ਵੋਟ ਪਾਉਣ ਦਾ ਅਧਿਕਾਰ ਸਾਨੂੰ ਮਿਲ ਜਾਂਦਾ ਹੈ। ਕਿਸੇ ਵੀ ਵਿਅਕਤੀ ਲਈ ਵੋਟਰ ਬਣਨ ਦੇ ਲਈ ਘੱਟੋ ਘੱਟ ਕਿੰਨੀ ਉਮਰ ਚਾਹੀਦੀ ਹੈ? ਕਿਸੇ ਵੀ ਵਿਅਕਤੀ ਲਈ ਵੋਟਰ ਬਣਨ ਦੇ ਲਈ ਸਾਡੇ ਕੋਲ 18 ਸਾਲ ਦੀ ਉਮਰ ਚਾਹੀਦੀ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਕਿ ਬਾਲਕ ਮਤ ਅਧਿਕਾਰ ਕਿਹੜਾ ਹੁੰਦਾ ਹੈ ਜੀ? 18 ਸਾਲ ਦੀ ਉਮਰ ਦੇ ਵਿੱਚ ਜਦੋਂ ਅਸੀਂ ਆਪਣੀ ਵੋਟ ਬਣਾ ਲੈਂਦੇ ਹਾਂ, ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਬਾਲਕ ਮਤ ਅਧਿਕਾਰ ਬੋਲਦੇ ਹਾਂ। ਮੁੱਢਲੇ ਸੰਵਿਧਾਨ ਦੇ ਵਿੱਚ ਵੋਟਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? ਵੋਟਰ ਬਣਨ ਦੇ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ ਜੀ? 21 ਸਾਲ। ਨੈਕਸਟ, ਕਿਹੜੇ ਸਾਲ ਵੋਟਰ ਬਣਨ ਲਈ ਉਮਰ ਹੱਦ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ? ਕਦੋਂ ਕੀਤੀ ਸੀ ਜੀ ਇਹ? 1999 ਈਸਵੀ ਦੇ ਵਿੱਚ ਕਿ ਜਿਹੜੀ ਉਮਰ ਹੈ ਜੋ ਘਟਾ ਕੇ 18 ਸਾਲ ਕੀਤੀ ਗਈ ਸੀ। ਪਹਿਲਾਂ ਕੀ ਸੀ ਕਿ 21 ਸਾਲ ਦਾ ਬੱਚੇ ਨੂੰ ਅਸੀਂ ਬਾਲਗ ਮਤ ਅਧਿਕਾਰ ਦਿੰਦੇ ਸੀ, ਪਰ 1999 ਦੇ ਵਿੱਚ ਅਸੀਂ ਇਹ ਉਮਰ ਘਟਾ ਕੇ 18 ਸਾਲ ਕਰ ਦਿੱਤੀ ਸੀ। ਕਿਹੜੀ ਸੰਵਿਧਾਨਿਕ ਸੋਧ ਰਾਹੀਂ ਵੋਟਰ ਬਣਨ ਦੇ ਲਈ ਉਮਰ ਹੱਦ 21 ਸਾਲ ਤੋਂ 18 ਸਾਲ ਕਰ ਦਿੱਤੀ ਗਈ? 61ਵੀਂ ਸੰਵਿਧਾਨਿਕ ਸੋਧ ਹੋਈ ਸੀ ਜਿਸ ਰਾਹੀਂ ਅਸੀਂ ਵੋਟਰ ਬਣਨ ਲਈ ਜੀ ਉਮਰ ਹੱਦ ਹੈ ਉਹ 21 ਤੋਂ ਘਟਾ ਕੇ 18 ਕਰ ਦਿੱਤੀ ਸੀ। ਭਾਰਤੀ ਨਾਗਰਿਕਾਂ ਨੂੰ ਕਿਸ ਪ੍ਰਕਾਰ ਦੀ ਨਾਗਰਿਕਤਾ ਪ੍ਰਾਪਤ ਹੈ? ਭਾਰਤੀ ਨਾਗਰਿਕਾਂ ਨੂੰ ਇਕਹਿਰੀ ਨਾਗਰਿਕਤਾ ਪ੍ਰਾਪਤ ਹੈ। 31 ਅਕਤੂਬਰ ਤੋਂ ਪਹਿਲਾਂ ਕਿਹੜੇ ਭਾਰਤੀ ਰਾਜ ਦੇ ਨਾਗਰਿਕਾਂ ਨੂੰ ਦੋਹਰੀ ਨਾਗਰਿਕਤਾ ਪ੍ਰਾਪਤ ਸੀ? ਕਿਹੜੀ ਨਾਗਰਿਕਤਾ ਪ੍ਰਾਪਤ ਸੀ ਜੀ? ਦੋਹਰੀ। ਤਾਂ ਇਹ ਕਿਹੜੇ ਦੇਸ਼ ਵਿੱਚ ਸੀ? ਕਿਹੜੇ ਰਾਜ ਵਿੱਚ ਸੀ ਜੀ? ਜੰਮੂ ਕਸ਼ਮੀਰ ਦੇ ਵਿੱਚ। ਇੰਪੋਰਟੈਂਟ ਹੈ ਜੀ। ਨੈਕਸਟ, ਰਾਸ਼ਟਰੀ ਆਪਾਤਕਾਲ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਲਾਗੂ ਕੀਤਾ ਜਾਂਦਾ ਹੈ? ਧਾਰਾ 352 ਈਸਵੀ ਨੂੰ ਇਹ ਲਾਗੂ ਹੋਈ ਸੀ ਕਿ ਰਾਸ਼ਟਰੀ ਆਪਾਤਕਾਲ ਹੈ ਜੋ ਸੰਵਿਧਾਨ ਦੀ ਧਾਰਾ ਅਨੁਸਾਰ ਲਾਗੂ ਕੀਤਾ ਗਿਆ। ਨੈਕਸਟ, ਰਾਸ਼ਟਰੀ ਆਪਾਤਕਾਲ ਕਿਹੜੇ ਹਾਲਾਤ ਵਿੱਚ ਲਾਗੂ ਕੀਤਾ ਜਾਂਦਾ ਹੈ? ਕਿਹੜੇ ਹਾਲਾਤ ਹੁੰਦੇ ਨੇ ਕਿ ਜਦੋਂ ਇਹ ਲਾਗੂ ਕੀਤਾ ਜਾਂਦਾ ਜੀ? ਆਪਾਤਕਾਲ ਹੋ ਗਿਆ ਜਦੋਂ ਬਾਹਰੀ ਹਮਲਾ ਹੁੰਦਾ ਹੈ ਜਾਂ ਹਥਿਆਰਬੰਦ ਕ੍ਰਾਂਤੀ ਹੁੰਦੀ ਹੈ, ਜਾਂ ਤਾਂ
ਦੇਸ਼ ਦੇ ਵਿੱਚ ਇੱਕ ਦੂਜੇ ਦੇਸ਼ ਲੜਾਈ ਹੁੰਦੀ ਹੈ, ਇੱਕ ਦੂਜੇ ਦੇਸ਼ ਦੇ ਨਾਲ ਯੁੱਧ ਹੁੰਦਾ ਹੈਗਾ, ਉਸ ਟਾਈਮ ਇਹ ਧਾਰਾ ਹੈ ਜੋ ਲਾਗੂ ਕੀਤੀ ਜਾਂਦੀ ਹੈ। ਭਾਰਤ ਵਿੱਚ ਹੁਣ ਤੱਕ ਰਾਸ਼ਟਰੀ ਆਪਾਤਕਾਲ ਕਿੰਨੀ ਵਾਰ ਲਗਾਇਆ ਗਿਆ? 3 ਵਾਰ ਲਗਾਇਆ ਜੀ। ਜਦੋਂ ਵੀ ਵਿਸ਼ਵ ਯੁੱਧ ਹੋਏ ਨੇ ਭਾਰਤ ਦੇ ਵਿੱਚ, ਲੜਾਈਆਂ ਲੜੀਆਂ ਜਾਂਦੀਆਂ ਨੇ, ਆਪਾਤਕਾਲ ਦੀ ਸਥਿਤੀ ਪੈਦਾ ਹੋ ਜਾਂਦੀ ਹੈ, ਸੰਕਟ ਕਾਲ ਆ ਜਾਂਦਾ ਹੈ ਨਾ ਭਾਰਤ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ, ਤਾਂ ਉਹ ਇਹ ਸਥਿਤੀ ਕਿੰਨੇ ਵਾਰੀ ਹੋਈ ਹੈ ਜੀ ਆਪਣੇ ਰਾਸ਼ਟਰ ਦੇ ਵਿੱਚ? 3 ਵਾਰ ਹੋ ਚੁੱਕੀ ਹੈ ਇਹ। ਰਾਜਾਂ ਵਿੱਚ ਆਪਾਤਕਾਲ ਸੰਵਿਧਾਨ ਦੀ ਕਿਹੜੀ ਧਾਰਾ ਦੇ ਅਨੁਸਾਰ ਲਾਗੂ ਕਰਵਾਇਆ ਜਾ ਸਕਦਾ ਹੈ? ਧਾਰਾ 356 ਅਤੇ ਧਾਰਾ 365 ਦੇ ਅਨੁਸਾਰ ਅਸੀਂ ਰਾਜਾਂ ਦੇ ਵਿੱਚ ਆਪਾਤਕਾਲ ਨੂੰ ਲਗਾ ਸਕਦੇ ਹਾਂ। ਰਾਜਾਂ ਵਿੱਚ ਆਪਾਤਕਾਲ ਕਿਹੜੀਆਂ ਹਾਲਤਾਂ ਵਿੱਚ ਲਗਾਇਆ ਜਾ ਸਕਦਾ ਹੈ? ਰਾਜਾਂ ਵਿੱਚ ਆਪਾਤਕਾਲ ਕਿਹੜੀਆਂ ਹਾਲਾਤਾਂ ਦੇ ਵਿੱਚ ਲਗਾਇਆ ਜਾਂਦਾ ਹੈ ਜੀ? ਸੰਵਿਧਾਨਿਕ ਤੰਤਰ ਫੇਲ ਹੋ ਜਾਣਾ, ਜਾਂ ਕੇਂਦਰੀ ਨਿਰਦੇਸ਼ਾਂ ਦਾ ਪਾਲਣ ਨਾ ਹੋਣਾ। ਵਿੱਤੀ ਆਪਾਤਕਾਲ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਲਾਗੂ ਕੀਤਾ ਜਾ ਸਕਦਾ ਹੈ? ਵਿੱਤੀ ਹੁੰਦਾ ਹੈ ਜੀ ਧਨ, ਵਿੱਤ ਦਾ ਮਤਲਬ ਹੁੰਦਾ ਹੈ ਧਨ। ਆਪਾਤਕਾਲ ਕਿਹੜੀ ਧਾਰਾ ਦੇ ਅਨੁਸਾਰ ਲਾਗੂ ਕੀਤਾ ਜਾਂਦਾ ਹੈ ਜੀ? ਧਾਰਾ 360। ਨੈਕਸਟ ਪਾਰਟ ਕਰਦੇ ਹਾਂ ਜੀ। ਸੰਵਿਧਾਨ ਦੀ ਕਿਹੜੀ ਧਾਰਾ ਦੇ ਅਨੁਸਾਰ ਸੰਵਿਧਾਨ ਵਿੱਚ ਸੋਧ ਕੀਤੀ ਗਈ ਹੈ? ਵੈਰੀ ਇੰਪੋਰਟੈਂਟ ਹੈ ਜੀ। ਧਾਰਾ 368 ਦੇ ਅਨੁਸਾਰ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈ। ਸੰਵਿਧਾਨਿਕ ਸੋਧ ਦਾ ਤਰੀਕਾ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹੈ? ਕਿਹੜੇ ਭਾਗ ਵਿੱਚ ਹੈ ਜੀ? 20ਵੇਂ ਭਾਗ ਦੇ ਵਿੱਚ ਹੈ। ਕਿਹੜੇ ਕੇਸ ਵਿੱਚ ਸਰਵਉੱਚ ਅਦਾਲਤ ਨੇ ਕਿਹਾ ਸੀ ਕਿ ਸੰਵਿਧਾਨ ਦੇ ਮੂਲ ਢਾਂਚੇ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ? ਕਿਹੜੇ ਕੇਸ ਵਿੱਚ ਕਿਹਾ ਸੀ? ਕੇਸ਼ਵਨੰਦ ਭਾਰਤੀ ਕੇਸ 1973 ਈਸਵੀ ਦੇ ਵਿੱਚ ਇਹ ਕਿਹਾ ਸੀ ਕਿ ਸੰਵਿਧਾਨ ਦੇ ਮੂਲ ਢਾਂਚੇ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਊਗੀ। ਕਿਹੜੇ ਭਾਰਤੀ ਰਾਸ਼ਟਰਪਤੀ ਦੂਜੀ ਪ੍ਰੈਫਰੈਂਸ ਦੁਆਰਾ ਚੁਣੇ ਗਏ? BV ਗਿਰੀ ਨੂੰ ਅਸੀਂ ਰਾਸ਼ਟਰਪਤੀ ਦੂਜੀ ਵਾਰ ਚੁਣਿਆ ਸੀ। ਕਿਹੜੀ ਸੰਵਿਧਾਨਿਕ ਸੋਧ ਦੁਆਰਾ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਘੋਸ਼ਿਤ ਕੀਤਾ ਗਿਆ? ਕਿਹੜੀ ਸੰਵਿਧਾਨਿਕ ਸੋਧ ਦੁਆਰਾ ਕੀਤਾ ਗਿਆ ਜੀ? 69ਵੀਂ ਸੰਵਿਧਾਨਿਕ ਸੋਧ ਰਾਹੀਂ ਅਸੀਂ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਘੋਸ਼ਿਤ ਕੀਤਾ ਗਿਆ। ਨੈਕਸਟ, ਇਹ ਸਾਰੇ ਹੀ ਪ੍ਰਸ਼ਨ ਬਹੁਤ ਇੰਪੋਰਟੈਂਟ ਹਨ ਅਤੇ ਪ੍ਰਸ਼ਨ ਉੱਤਰ ਵਿੱਚ ਬਾਰ-ਬਾਰ ਪ੍ਰਸ਼ਨ ਪੇਪਰਾਂ ਵਿੱਚ ਪੁੱਛੇ ਗਏ ਹਨ। ਅਗਰ ਤੁਸੀਂ ਸਾਡੇ ਚੈਨਲ ਦੀਆਂ ਪੁਰਾਣੀਆਂ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਜੀ, ਜਿਸ ਵਿੱਚ ਅਸੀਂ ਹੁਣ ਤੱਕ 3 ਮੈਰਾਥਨਸ ਕਰਾ ਚੁੱਕੇ ਹਾਂ, ਜਿਸ ਵਿੱਚ ਅਸੀਂ 6ਵੀਂ 7ਵੀਂ 8ਵੀਂ ਕਲਾਸ ਦਾ ਮੈਰਾਥਨ ਕੀਤਾ ਹੈ। ਉਸ ਵਿੱਚ ਪੂਰੀ ਡਿਟੇਲ ਦੇ ਵਿੱਚ ਹਿਸਟਰੀ, ਜਿਓਗ੍ਰਾਫੀ ਅਤੇ ਪੋਲੀਟੀਕਲ ਸਾਇੰਸ ਨੂੰ ਫੁੱਲ ਡਿਟੇਲ ਦੇ ਵਿੱਚ ਥਿਊਰੀ ਦਿੱਤੀ ਗਈ ਹੈ ਅਤੇ ਸਮਝਾਇਆ ਗਿਆ ਹੈ। ਸੋ ਤੁਸੀਂ ਉਹ ਜ਼ਰੂਰ ਮੈਰਾਥਨਸ ਦੇਖਣਾ ਤਾਂ ਜੋ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋ ਸਕਣ। ਨੈਕਸਟ, ਕਿਸੇ ਰਾਜ ਦੀਆਂ ਹੱਦਾਂ ਵਿੱਚ ਤਬਦੀਲੀ ਕਰਨ ਜਾਂ ਨਵਾਂ ਰਾਜ ਬਣਾਉਣ ਦੀ ਸ਼ਕਤੀ ਕਿਸ ਕੋਲ ਹੈ? ਕਿਹੜੇ ਰਾਜ ਕੋਲ ਹੈ ਜੀ ਨਵਾਂ ਰਾਜ ਬਣਾਉਣ ਦੀ ਸ਼ਕਤੀ? ਭਾਰਤੀ ਸੰਸਦ ਦੇ ਕੋਲ ਹੈ ਜੀ। ਸੰਸਦ ਇੱਕ ਅਜਿਹੀ ਸਰਕਾਰ ਹੈ ਕਿ ਸਾਡੇ ਦੇਸ਼ ਵਿੱਚ ਸੋਧ ਵੀ ਸੰਸਦ ਦੁਆਰਾ ਕੀਤੀ ਜਾ ਸਕਦੀ ਹੈ। ਅਸੀਂ ਆਪਣੇ ਦੇਸ਼ ਦੇ ਵਿੱਚ ਸੋਧ ਕਰ ਸਕਦੇ ਹਾਂ। ਇਹ ਕਿੱਥੋਂ ਕਾਪੀ ਕੀਤਾ ਹੈ ਜੀ? ਸਾਊਥ ਅਫਰੀਕਾ ਤੋਂ ਅਸੀਂ ਕਾਪੀ ਕੀਤਾ ਹੈ ਜੀ। ਨੈਕਸਟ, ਰਾਜ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਰਾਜ ਸਭਾ ਦੀ ਸਥਾਪਨਾ ਕਦੋਂ ਹੋਈ ਸੀ ਜੀ? 3 ਅਪ੍ਰੈਲ 1900 ਈਸਵੀ ਨੂੰ ਰਾਜ ਸਭਾ ਦੀ ਸਥਾਪਨਾ ਕੀਤੀ ਗਈ। ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ ਜੀ? ਉਪ ਰਾਸ਼ਟਰਪਤੀ। ਜੰਮੂ ਕਸ਼ਮੀਰ ਦਾ ਨਾਗਰਿਕ ਬਣਨ ਦੇ ਲਈ ਕਿੰਨੇ ਸਮੇਂ ਲਈ ਜੰਮੂ ਕਸ਼ਮੀਰ ਰਹਿਣਾ ਜ਼ਰੂਰੀ ਹੈ? ਅਗਰ ਆਪਾਂ ਜੰਮੂ ਕਸ਼ਮੀਰ ਦਾ ਨਾਗਰਿਕ ਬਣਨਾ ਹੈ, ਜਿਸ ਤਰ੍ਹਾਂ ਕਿ ਆਪਾਂ ਦੂਸਰੇ ਦੇਸ਼ ਵਿੱਚ ਜਾਂਦੇ ਹਾਂ, ਅੱਜ ਕੱਲ੍ਹ ਬਹੁਤ ਹੀ ਹੋ ਰਿਹਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਛੱਡ ਕੇ ਕੈਨੇਡਾ, ਅਮਰੀਕਾ ਜਾ ਰਹੇ ਹਾਂ, ਤਾਂ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਕਰਨੀ ਪੈਂਦੀ ਹੈ। ਤਾਂ ਕਿੰਨੇ ਸਾਲ ਦਾ ਸਮਾਂ ਲੱਗ ਜਾਂਦਾ ਜੀ? ਇੱਥੇ 15 ਸਾਲ ਦਾ ਸਮਾਂ ਲੱਗਦਾ ਜੀ। ਜੇ ਆਪਾਂ ਜੰਮੂ ਕਸ਼ਮੀਰ ਦੇ ਵਿੱਚ ਰਹਿਣ ਲਈ ਜਾਂਦੇ ਹਾਂ, ਉੱਥੋਂ ਦਾ ਨਾਗਰਿਕ ਬਣਨਾ ਹੈ ਤਾਂ ਸਾਨੂੰ 15 ਸਾਲ ਲੱਗਣਗੇ ਉੱਥੋਂ ਦਾ ਨਾਗਰਿਕ ਬਣਨ ਦੇ ਲਈ।
ਆਰਟੀਕਲ 280 ਦਾ ਸੰਬੰਧ ਕਿਸ ਨਾਲ ਹੈ? ਆਰਟੀਕਲ 280 ਦਾ ਸੰਬੰਧ ਕਿਸ ਨਾਲ ਹੈ ਜੀ? ਵਿੱਤ ਆਯੋਗ ਦੇ ਨਾਲ। ਵਿੱਤ ਹੁੰਦਾ ਹੈ ਧਨ, ਵਿੱਤੀ ਬਿੱਲ, ਧਨ ਬਿੱਲ। ਨੈਕਸਟ, ਵਿੱਤ ਆਯੋਗ ਦੇ ਕਿੰਨੇ ਮੈਂਬਰ ਹੁੰਦੇ ਹਨ? ਵਿੱਤ ਆਯੋਗ ਦੇ 5 ਮੈਂਬਰ ਹੁੰਦੇ ਆ ਜੀ। ਕੇਂਦਰ ਅਤੇ ਰਾਜਾਂ ਵਿਚਕਾਰਲੇ ਝਗੜੇ ਕੌਣ ਨਿਬੇੜਦਾ ਹੈ? ਸੁਪਰੀਮ ਕੋਰਟ। ਸੁਪਰੀਮ ਕੋਰਟ ਸਭ ਤੋਂ ਉੱਚੀ ਅਦਾਲਤ ਹੁੰਦੀ ਹੈ ਜਿਸ ਵਿੱਚ ਅਸੀਂ ਕੇਂਦਰ ਅਤੇ ਰਾਜਾਂ ਦੇ ਝਗੜੇ ਨੂੰ ਸੁਪਰੀਮ ਕੋਰਟ ਵਿੱਚ ਆਪਣੇ ਜੋ ਮਾਮਲੇ ਹੈ, ਆਪਣੇ ਜੋ ਝਗੜੇ ਆ ਉੱਥੇ ਲੈ ਕੇ ਜਾਂਦੇ ਹਾਂ ਤਾਂ ਉਹ ਸਾਡੇ ਝਗੜਿਆਂ ਨੂੰ ਨਿਬੇੜ ਦਿੰਦਾ ਹੈ। ਕਿਹੜਾ ਆਰਟੀਕਲ ਵਾਤਾਵਰਣ ਅਤੇ ਜੰਗਲਾਂ ਦੀ ਸੰਭਾਲ ਦੀ ਹਦਾਇਤ ਕਰਦਾ ਹੈ? ਕਿਹੜਾ ਆਰਟੀਕਲ ਕਰਦਾ ਜੀ? ਆਰਟੀਕਲ 48A। ਭਾਰਤੀ ਸੰਵਿਧਾਨ ਦੇ ਕਿੰਨੇ ਪੰਨੇ ਹਨ? ਭਾਰਤੀ ਸੰਵਿਧਾਨ ਦੇ 232 ਪੰਨੇ ਹਨ। ਪੰਚਾਇਤੀ ਰਾਜ ਦੀ ਸਥਾਪਨਾ ਦੀ ਸਿਫਾਰਿਸ਼ ਕਿਹੜੀ ਕਮੇਟੀ ਨੇ ਕੀਤੀ? ਪੰਚਾਇਤੀ ਰਾਜ ਦੀ ਸਥਾਪਨਾ ਕਿਸਨੇ ਕੀਤੀ ਜੀ? ਬਲਵੰਤ ਰਾਏ ਮਹਿਤਾ ਕਮੇਟੀ ਦੇ ਦੁਆਰਾ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ। ਨੈਕਸਟ, ਪੰਚਾਇਤੀ ਰਾਜ ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਲਾਗੂ ਕੀਤਾ ਗਿਆ? ਸਭ ਤੋਂ ਪਹਿਲਾਂ ਰਾਜਸਥਾਨ ਦੇਸ਼ ਦੇ ਵਿੱਚ ਰਾਜ ਦੇ ਵਿੱਚ ਲਾਗੂ ਕੀਤਾ ਗਿਆ। ਰਾਜਸਥਾਨ ਦੇ ਵਿੱਚ ਪੰਚਾਇਤੀ ਰਾਜ ਕਦੋਂ ਲਾਗੂ ਕੀਤਾ ਗਿਆ? ਕਿਹੜੇ ਸਨ ਵਿੱਚ ਲਾਗੂ ਹੋਇਆ ਸੀ ਜੀ? 1959 ਈਸਵੀ ਨੂੰ ਪੰਚਾਇਤੀ ਰਾਜ ਰਾਜਸਥਾਨ ਵਿੱਚ ਲਾਗੂ ਕੀਤਾ ਗਿਆ। ਰਾਜਸਥਾਨ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਲਾਗੂ ਕੀਤਾ ਗਿਆ? ਕਿਹੜੇ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਜੀ? ਨਾਗੌਰ ਜ਼ਿਲ੍ਹੇ ਦੇ ਵਿੱਚ। ਕਿਹੜੇ ਕਾਨੂੰਨ ਦੇ ਦੁਆਰਾ ਭਾਰਤ ਦੇ ਗਵਰਨਰ ਜਨਰਲ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਆਪਣੀ ਕੌਂਸਲ ਦੇ ਫੈਸਲੇ ਨੂੰ ਰੱਦ ਕਰ ਸਕਦਾ ਹੈ? ਕਿਹੜੇ ਕਾਨੂੰਨ ਦੁਆਰਾ ਦਿੱਤਾ ਗਿਆ ਸੀ ਜੀ? ਕਦੋਂ ਹੋਇਆ ਸੀ ਉਹ ਕਾਨੂੰਨ? 1786 ਅਪੈਂਡਮੈਂਟ ਐਕਟ। 1946 ਈਸਵੀ ਦੇ ਕੈਬਨਿਟ ਮਿਸ਼ਨ ਦੇ ਮੈਂਬਰ ਕੌਣ ਸਨ? ਕੌਣ ਸੀ ਜੀ ਕੈਬਨਿਟ ਮਿਸ਼ਨ ਦੇ ਮੈਂਬਰ? ਪੈਥਿਕ ਲਾਰੈਂਸ, A.B. ਅਲੈਗਜ਼ੈਂਡਰ ਸਟੈਫਰਡ। 1947 ਦੇ ਵਿੱਚ ਭਾਰਤੀਆਂ ਨੂੰ ਸਵੈ ਸ਼ਾਸਨ ਸੋਧਨ ਦੀ ਯੋਜਨਾ ਨੂੰ ਕਿਸ ਨਾਮ ਨਾਲ ਜਾਣਿਆ ਗਿਆ? ਕਿਹੜੀ ਯੋਜਨਾ ਸੀ ਜੀ ਉਹ? ਮਾਊਂਟਬੈਟਨ ਯੋਜਨਾ। ਭਾਰਤੀ ਰਾਸ਼ਟਰੀ ਕਾਂਗਰਸ ਨੇ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਕਦੋਂ ਕੀਤੀ? ਭਾਰਤੀ ਰਾਸ਼ਟਰੀ ਕਾਂਗਰਸ ਨੇ ਸੰਵਿਧਾਨ ਸਭਾ ਦੇ ਗਠਨ ਦੀ ਮੰਗ 1936 ਈਸਵੀ ਦੇ ਵਿੱਚ ਕੀਤੀ ਗਈ। ਸੰਵਿਧਾਨ ਸਭਾ ਦੀ ਸਥਾਪਨਾ ਦਾ ਵਿਚਾਰ ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤਾ? ਸਵਰਾਜ ਪਾਰਟੀ ਨੇ। ਇਹ ਰੋਂਗ ਲਿਖਿਆ ਜੀ। ਸੰਵਿਧਾਨ ਸਭਾ ਦੀ ਸਥਾਪਨਾ ਦਾ ਵਿਚਾਰ ਆਊਗਾ ਜੀ, ਇੱਥੇ ਵਿਚਕਾਰ ਨਹੀਂ, ਵਿਚਾਰ ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤਾ? ਸਵਰਾਜ ਪਾਰਟੀ ਨੇ। ਸਵਰਾਜ ਪਾਰਟੀ ਨੇ ਸੰਵਿਧਾਨ ਸਭਾ ਦੀ ਸਥਾਪਨਾ ਦਾ ਵਿਚਾਰ ਕਦੋਂ ਪੇਸ਼ ਕੀਤਾ ਸੀ ਜੀ? 1924 ਈਸਵੀ ਨੂੰ ਸਵਰਾਜ ਪਾਰਟੀ ਨੇ ਸੰਵਿਧਾਨ ਸਭਾ ਦੀ ਸਥਾਪਨਾ ਦਾ ਵਿਚਾਰ ਪੇਸ਼ ਕੀਤਾ। ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਜੀ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੋਲੀਟੀਕਲ ਸਾਇੰਸ ਦੇ ਇੰਪੋਰਟੈਂਟ ਪ੍ਰਸ਼ਨਾਂ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਸੋ ਵੀਡੀਓ ਨੂੰ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਦੇ ਵੀਡੀਓ ਲੈ ਕੇ ਅਸੀਂ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ। ਸੋ ਥੈਂਕ ਯੂ ਸੋ ਮਚ।